ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਇਸ ਸ਼ੋਅ ਦੇ ਵਿੱਚ ਅਸੀਂ ਫਿਰ ਦੁਬਾਰਾ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਜਿਵੇਂ ਕਿ ਅੱਜ ਦੇ ਸਾਡੇ ਗੈਸਟ ਨੇ ਜੋ ਇਟਲੀ ਤੋਂ ਭਾਈ ਸਾਹਿਬ ਜੀ ਭਾਈ ਜਸਪਾਲ ਸਿੰਘ ਜੀ ਸ਼ਾਂਤ ਸਾਡੇ ਨਾਲ ਜੁੜੇ ਹੋਏ ਨੇ, ਗੁਰੂ ਘਰ ਦੇ ਮਹਾਨ ਕੀਰਤਨੀਏ, ਅਤੇ ਨਾਲ ਹੀ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਪੁਰਤਗਾਲ ਤੋਂ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਜੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਤੁਸੀਂ ਸਿੱਖ ਚੈਨਲ ਦੇ ਸਟੂਡੀਓ ਵਿੱਚ ਅੱਜ ਪਹੁੰਚੇ ਹੋ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਪਿਆਰੇ ਦਰਸ਼ਕ ਅਸੀਂ ਸਾਰੇ ਤੁਹਾਡਾ ਬਹੁਤ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ ਕਿ ਅੱਜ ਗੱਲਬਾਤ ਕਰਨ ਵਾਸਤੇ ਤੁਸੀਂ ਸਾਡੇ ਨਾਲ ਜੁੜੇ ਹੋ। ਤੇ ਗੱਲਬਾਤ ਆਪਾਂ ਸ਼ੁਰੂ ਕਰੀਏ। ਜਿਵੇਂ ਕਿ ਤੁਸੀਂ ਤੁਹਾਡੇ ਤੇ ਬੜੀ ਮਹਾਨ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ ਕਿ ਭਲੋ ਭਲੋਰੇ ਕੀਰਤਨੀਆਂ, ਔਰ ਤੁਸੀਂ ਗੁਰੂ ਦਾ ਜਸ ਸਾਜ਼ਾਂ ਦੁਆਰਾ ਕਰਦੇ ਹੋ। ਆਪਾਂ ਸਭ ਤੋਂ ਪਹਿਲਾਂ ਇੱਥੋਂ ਗੱਲ ਸ਼ੁਰੂ ਕਰੀਏ। ਪਿਛੋਕੜ ਦੇ ਵੱਲ ਮੈਂ ਜਾਣਾ ਚਾਹੁੰਦਾ ਥੋੜ੍ਹਾ ਜਿਹਾ ਕਿ ਤੁਹਾਨੂੰ ਇਹ ਇੱਕ ਕੀਰਤਨ ਕਰਨ ਦੀ ਚੂੰਡ ਜਿਹੜੀ ਹੈ ਜਾਂ ਤੁਹਾਡੇ ਮਨ ਦੇ ਵਿੱਚ ਇਹ ਕਿੱਦਾਂ ਇੱਕ ਜਾਗਰੂਕਤਾ ਜਿਹੜੀ ਆਈ ਹੈ ਕਿ ਮੈਂ ਇੱਕ ਗੁਰੂ ਘਰ ਦਾ ਕੀਰਤਨੀਆ ਬਣਨਾ ਹੈ? ਸਭ ਤੋਂ ਪਹਿਲਾਂ ਬਚਪਨ ਤੋਂ ਲੈ ਕੇ ਆਈ ਹੈ ਜਾਂ ਕਿ ਤੁਸੀਂ ਇਹਨੂੰ ਬਾਅਦ ਦੇ ਵਿੱਚ ਇਹਨੂੰ ਲਿਆ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਪਿਆਰੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਪੋਹ ਦਾ ਮਹੀਨਾ ਜੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਜੀ, ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਦੋਂ ਇਹਨਾਂ ਦਿਨਾਂ ਦੇ ਵਿੱਚ ਪ੍ਰਭਾਤ ਫੇਰੀਆਂ ਨਿਕਲਦੀਆਂ, ਸ਼ਹੀਦੀ ਸਮਾਗਮ ਚੱਲਦੇ ਸੀਗੇ ਜੀ, ਔਰ ਉਹ ਇਤਿਹਾਸ ਸੁਣਦੇ ਸੀ ਔਰ ਕੀਰਤਨ ਸੁਣਦੇ ਸੀ, ਔਰ ਉਹ ਚੀਜ਼ ਨੇ ਮਨ ਤੇ ਬੜਾ ਇਫੈਕਟ ਕੀਤਾ। ਬਚਪਨ ਦੀ ਗੱਲ ਤੁਸੀਂ ਕਰ ਰਹੇ ਹੋ? ਬਚਪਨ ਦੀ ਗੱਲ ਕਰ ਰਹੇ ਹਾਂ, ਜਦੋਂ 4-5 ਸਾਲ ਉਦੋਂ ਹੀ ਹੁੰਦਾ ਸੀਗਾ ਕਿ ਜਦੋਂ ਢੋਲਕੀ ਚਿਮਟਿਆਂ ਦੇ ਨਾਲ ਪ੍ਰਭਾਤ ਫੇਰੀਆਂ ਪਿੰਡਾਂ ਦੇ ਵਿੱਚ ਦੀ ਆਪਣੇ ਦਰਵਾਜ਼ੇ ਦੇ ਅੱਗੋਂ ਲੰਘਣੀਆਂ, ਗਲੀਆਂ ਦੇ ਵਿੱਚੋਂ ਲੰਘਣੀਆਂ, ਉੱਠ ਕੇ ਨਾਲ ਰਲ ਤੇ ਖਾਸ ਕਰਕੇ ਜੇ ਸਿਆਣੇ ਤੇ ਭਾਵੇਂ ਬਾਅਦ ਦੇ ਵਿੱਚ ਉੱਠਣ, ਲੇਕਿਨ ਨਿਆਣਾ ਜਿਹੜਾ ਅਸੀਂ ਬੱਚਾ ਹੁੰਦਾ ਸੀਗਾ ਉਹ ਛਾਲ ਮਾਰ ਕੇ ਬਿਸਤਰੇ ਚੋਂ ਪਹਿਲਾਂ ਬਾਹਰ ਹੁੰਦਾ ਸੀ ਭਈ ਬਾਹਰ ਆ ਰਿਹਾ ਕੀਰਤਨ ਕਰਨ ਵਾਲੇ, ਮੈਂ ਦੇਖਾਂ, ਨੱਠ ਕੇ ਭੱਜ ਕੇ ਜਾਵਾਂ। ਇਹ ਸ਼ੌਂਕ ਜਾਣੀ ਤੁਹਾਨੂੰ ਫਿਰ ਉੱਥੋਂ ਲੱਗਾ? ਹਾਂਜੀ, ਬਚਪਨ ਤੋਂ ਇਹ ਸ਼ੌਂਕ। ਫਿਰ ਪਿੰਡ ਦੇ ਵਿੱਚ ਸਾਡੇ ਗ੍ਰੰਥੀ ਸਾਹਿਬ ਉਹ ਥੋੜਾ ਬਹੁਤ ਸਿਖਾਉਂਦੇ ਸੀਗੇ। ਬਿਲਕੁਲ, ਉਹ ਗੱਲ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਵੀ ਗ੍ਰੰਥੀ ਸਾਹਿਬ, ਅਗਰ ਕਹਿੰਦੇ ਗ੍ਰੰਥੀ ਚੰਗਾ ਆ ਨਾ ਪਿੰਡ ਦੇ ਵਿੱਚ ਵੀ, ਤੇ ਉਹ ਜ਼ਰੂਰ ਸੰਗਤ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੱਚੀਆਂ ਨੂੰ ਉਹ ਪ੍ਰੇਰਨਾ ਕਰਕੇ ਆਪ ਹੀ ਗੁਰਦੁਆਰੇ ਬੁਲਾ ਲੈਂਦਾ। ਤੇ ਫਿਰ ਇਸ ਤਰ੍ਹਾਂ ਦੀ ਕੋਈ ਨਾ ਕੋਈ, ਚਾਹੇ ਬਾਣੀ ਸਿਖਾਉਂਦਾ ਹੈ, ਚਾਹੇ ਕੀਰਤਨ ਸਿਖਾਉਂਦਾ ਆ, ਚਾਹੇ ਸੇਵਾ ਹੀ ਕਰਨੀ ਸਿਖਾਉਂਦਾ ਆ, ਕੋਈ ਸੇਵਾ ਨੂੰ ਉਧਰ ਵੀ ਲਾ ਦਿੰਦੇ ਆ। ਕਹਿੰਦੇ ਗ੍ਰੰਥੀ ਸਿੰਘ ਬੜੇ ਚੰਗਾ ਮਿਲ ਜਾਏ ਤਾਂ ਮਤਲਬ ਤੁਹਾਨੂੰ ਵੀ ਗ੍ਰੰਥੀ ਸਿੰਘ ਜਿਹੜਾ ਸ਼ੁਰੂ ਤੋਂ ਉਹ ਚੰਗਾ ਗ੍ਰੰਥੀ ਸਿੰਘ ਤੁਹਾਡੀ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੋਈ ਪਹਿਲਾਂ? ਹਾਂਜੀ, ਔਰ ਸਾਡੇ ਪਿੰਡ ਦੇ ਵਿੱਚ ਗੁਰੂ ਘਰ ਦੇ ਬੜੇ ਮਹਾਨ ਕੀਰਤਨੀ ਹੋਏ ਜੀ। ਗਿਆਨੀ ਗਿਆਨ ਸਿੰਘ ਜੋਗੀ ਸਾਹਿਬ, ਵਾਹ ਜੀ ਵਾਹ, ਕਿਆ ਬਾਤ। ਭਾਈ ਸੋਹਣ ਸਿੰਘ ਜੀ ਰਸੀਆ ਸਾਹਿਬ। ਬਿਲਕੁਲ, ਮੈਂ ਜੀ ਜੋਗੀ ਸਾਹਿਬ ਤੁਸੀਂ ਗੱਲ ਕੀਤੀ ਹੈ, ਮੈਂ ਉਹਨਾਂ ਨੂੰ ਮਿਲਿਆ ਕਾਫੀ ਵਾਰ। ਜਲੰਧਰ ਹੋ ਰਹਿੰਦੇ ਸੀਗੇ ਜਦੋਂ ਲਾਸਟ ਉਹਨਾਂ ਦਾ ਸਮਾਂ ਸੀਗਾ, ਉਸ ਤੋਂ ਪਹਿਲਾਂ ਬਸਤੀ ਦੇ ਵਿੱਚ ਹੋ ਰਹਿੰਦੇ ਸੀ ਗੁਰਦੁਆਰਾ ਸਾਹਿਬ, ਤੇ ਮੈਂ ਉੱਥੇ ਇੱਕ ਵਾਰੀ ਮਿਲਣ ਵਾਸਤੇ ਗਿਆ। ਮੈਂ ਇੱਧਰੋਂ ਗਿਆ ਹੋਇਆ ਸੀਗਾ ਤੇ ਉਦੋਂ ਇੱਕ ਮੁੰਡਾ ਰਾਜ ਹੁੰਦਾ ਸੀ ਉਹਨਾਂ ਦੇ ਨਾਲ ਤਬਲਾ ਵਜਾਉਂਦਾ। ਉਹਨਾਂ ਦਾ ਬੇਟਾ ਸੀ। ਹਾਂਜੀ, ਉਹਨਾਂ ਦਾ ਬੇਟਾ। ਹਾਂਜੀ, ਰਾਜ ਇਸ ਵੇਲੇ ਮੇਰੇ ਖਿਆਲ ਸ਼ਾਇਦ ਅਮਰੀਕਾ ਦੇ ਵਿੱਚ ਚਲਾ ਗਿਆ। ਹਾਂਜੀ ਹਾਂਜੀ, ਤੇ ਬੜਾ ਪਿਆਰਾ ਕੀਰਤਨ ਕਰਦੇ ਸੀਗੇ ਜੋਗੀ ਸਾਹਿਬ ਜੀ। ਬੜਾ ਕਿਸੇ ਸਮੇਂ ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਹਨਾਂ ਦਾ ਪੂਰਾ ਨਾਮ ਸੀ ਜੀ। ਬਿਲਕੁਲ, ਪਾਕਿਸਤਾਨ ਤੋਂ ਲੈ ਕੇ ਕਸ਼ਮੀਰ ਤੱਕ ਉਹਨਾਂ ਦਾ, ਇੱਥੋਂ ਥੱਲੇ ਬੰਬੇ ਕਲਕੱਤੇ ਤੱਕ ਪੂਰਾ ਨਾਮ ਸੀ ਜੀ ਉਹਨਾਂ ਦਾ। ਜੀ ਜੀ। ਔਰ ਇਹ ਸਭ ਤੋਂ ਸਾਡੇ ਪਿੰਡ ਦੀ ਖਾਸੀਅਤ ਹੈ, ਇੱਥੇ ਬੜੇ ਵਧੀਆ ਸਾਡੇ ਬਹੁਤ ਸਤਿਕਾਰਯੋਗ ਵੀਰ ਤੁਹਾਡੇ ਯੂਕੇ 'ਚ ਰਹਿ ਰਹੇ ਨੇ ਜੀ, ਗਿਆਨੀ ਮਹਿੰਦਰ ਸਿੰਘ ਜੀ ਹਮਦਰਦ ਸਾਹਿਬ। ਉਹਨਾਂ ਦਾ ਵੀ ਬਚਪਨ ਦੇ ਵਿੱਚ ਮੈਨੂੰ ਬਹੁਤ ਹੈਲਪ ਉਹਨਾਂ ਦਾ ਦੇਣ ਮੈਂ ਕੁਛ ਸਮਾਂ ਉਹਨਾਂ ਨਾਲ ਵੀ ਗੁਜ਼ਾਰਿਆ, ਔਰ ਬੜੇ ਪਿਆਰ ਦੇ ਨਾਲ ਸਾਨੂੰ ਉਹਨਾਂ ਨੇ ਇਸ ਪਾਸੇ ਵੱਲ ਨੂੰ ਤੋਰਿਆ। ਔਰ ਸਾਡੇ ਦੂਸਰੀ ਗੱਲ ਹੈ ਕਿ ਬੱਚਾ ਜਿਹੜਾ ਹੁੰਦਾ ਨਾ, ਉਹਦਾ ਮਾਮਿਆਂ ਦੇ ਪਿੰਡ ਵੀ ਬਹੁਤ ਆਣਾ ਜਾਣਾ ਹੁੰਦਾ ਜੀ। ਔਰ ਜਿਹੜਾ ਮੇਰਾ ਮਾਮਿਆਂ ਦਾ ਪਿੰਡ ਹੈ ਜੈਦ ਬੱਸੀ ਹੈ ਜੀ, ਉੱਥੇ ਦੇ ਵੀ ਗਿਆਨੀ ਬਲਕਾਰ ਸਿੰਘ ਜੀ ਮੁਲਤਾਨੀ ਸਾਹਿਬ, ਜਲੰਧਰ ਲੱਗੇ ਰਹੇ ਹੋ, ਗੁਰੂ ਨਾਨਕ ਮਿਸ਼ਨ, ਔਰ ਸਾਡੇ ਉਹ ਮਾਮੇ ਲੱਗਦੇ ਨੇ। ਅੱਛਾ ਅੱਛਾ, ਹਾਂਜੀ, ਸਾਡੀ ਤਾਈ ਦੇ ਭਰਾ ਨੇ, ਔਰ ਮੇਰੇ ਜਿਹੜੇ ਆਪਣੇ ਮਾਮੇ ਨੇ ਸਾਡੇ, ਉਹਨਾਂ ਨੇ ਵੀ ਬੜਾ ਪਿਆਰ। ਔਰ ਗੁਰਦੁਆਰਾ ਸਾਹਿਬ ਜਾਣਾ ਉਹਨਾਂ ਨੇ ਵੀ ਮੈਨੂੰ ਬਚਪਨ ਤੋਂ ਹੀ ਉਂਗਲ ਫੜ ਕੇ ਨਾਲ ਲੈ ਕੇ ਜਾਂਦੇ ਸੀ। ਉੱਥੇ ਵੀ ਮੈਂ ਸੇਵਾਵਾਂ ਕਰਨੀਆਂ ਔਰ ਸਿੱਖਣਾ ਜੀ। ਹਾਂਜੀ, ਇਹ ਬਚਪਨ ਦੀ ਰਮਤਾ ਜਿਹਨੂੰ ਗੱਲ। ਜਾਣੀ ਤੁਹਾਨੂੰ ਜਿਹੜਾ ਸ਼ੌਂਕ, ਤੁਸੀਂ ਜਿਵੇਂ ਗੱਲ ਕੀਤੀ ਸਭ ਤੋਂ ਪਹਿਲਾਂ ਕਿ ਜਿਹੜੀਆਂ ਪ੍ਰਭਾਤ ਫੇਰੀਆਂ, ਹਾਂਜੀ,
ਤੁਹਾਡਾ ਮਨ ਉਹਦੇ ਤੋਂ ਬੜਾ ਪ੍ਰਭਾਵਿਤ ਹੋਇਆ। ਉਹ ਤੋਂ ਬਾਅਦ ਫਿਰ ਤੁਹਾਨੂੰ ਗ੍ਰੰਥੀ ਸਿੰਘ ਜਿਹੜੇ ਤੁਹਾਡੇ ਪਿੰਡ ਦੇ ਸੀਗੇ, ਹਾਂਜੀ, ਉਹ ਬੜੇ ਅੱਛੇ ਤੁਹਾਨੂੰ ਮਿਲੇ, ਉਹਨਾਂ ਨੇ ਪ੍ਰੇਰਨਾ ਕੀਤੀ ਤੇ ਤੁਹਾਨੂੰ ਗੁਰਦੁਆਰੇ ਉਹਨਾਂ ਨੇ ਉਹ ਲਿਆਉਣ ਲੱਗੇ। ਫਿਰ ਤੁਹਾਡੇ ਪਿੰਡ ਦੇ ਵਿੱਚ ਕੀਰਤਨ ਦੀ ਦਾਤ ਜਿਹੜੀ ਸੀ ਗੁਰੂ ਪਾਤਸ਼ਾਹ ਜੀ ਨੇ ਬਖਸ਼ੀ ਹੋਈ ਸੀ। ਹਾਂਜੀ, ਤੁਸੀਂ ਜਿਵੇਂ ਦੱਸਿਆ ਗਿਆਨੀ ਗਿਆਨ ਸਿੰਘ ਜੀ ਜੋਗੀ ਸਾਹਿਬ, ਹਾਂਜੀ, ਜਿਹੜੇ ਕਿ ਬਹੁਤ ਹੀ ਅੱਛੇ ਕੀਰਤਨੀ ਹੋਏ ਨੇ, ਤੇ ਉਹਨਾਂ ਦੀ ਆਵਾਜ਼ ਇੰਨੀ ਸੀਗੀ ਨਾ, ਤੇ ਇੱਕ ਵਾਰ ਉਹ ਨਗਰ ਕੀਰਤਨ ਤੇ ਬੁਲਾਇਆ ਜੀ ਉਹਨਾਂ ਨੂੰ, ਪਿੰਡ ਲਲੀਆਂ ਕਲਾਂ, ਮੈਂ ਉੱਥੇ ਦੀ ਗੱਲ ਕਰ ਰਿਹਾ, ਤੇ ਉਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਸਕੂਲ ਦੇ ਵਿੱਚ, ਤੇ ਸਾਨੂੰ ਸਕੂਲੇ ਛੁੱਟੀ ਕਰ ਦਿੱਤੀ ਪਈ ਅੱਜ ਨਗਰ ਕੀਰਤਨ ਆ ਲਲੀਆਂ ਕਲਾਂ ਦੇ ਵਿੱਚ, ਤੇ ਤੁਸੀਂ ਜ਼ਰੂਰ ਨਗਰ ਕੀਰਤਨ 'ਚ ਸ਼ਾਮਲ ਹੋਵੋ। ਅਸੀਂ ਉਹ ਬੱਸ ਤੇ ਵੀ ਸਾਡੇ ਕੋਲ ਉੱਦਾਂ, ਤੇ ਜਦੋਂ ਅਸੀਂ ਨਾ ਇੱਕ ਪਿੱਪਲ ਦੇ ਥੱਲੇ ਨਗਰ ਕੀਰਤਨ ਜਦੋਂ ਪਹੁੰਚੇ, ਤੇ ਉਦੋਂ ਇੱਕ ਟਰਾਲੀ ਦੇ ਵਿੱਚ ਸਟੇਜ ਬਣਾ ਕੇ ਤੇ ਉਹਦੇ ਉੱਤੇ ਬੈਠੇ ਉਹ ਕੀਰਤਨ ਕਰ ਰਹੇ ਸੀਗੇ ਜੀ, ਤੇ ਸਪੀਕਰ ਜਿਹੜਾ ਸੀਗਾ ਉਹ ਕੁਦਰਤੀ, ਤੁਹਾਨੂੰ ਪਤਾ ਕਿ ਉਹ ਤੁਰਿਆ ਜਾਂਦਾ, ਕੋਈ ਤਾਰ ਖਿੱਚ ਹੋ ਗਈ, ਕਦੀ ਕੁਝ ਹੋ ਗਿਆ, ਉਹ ਬੰਦ ਜ਼ਰੂਰ ਹੋਣਾ ਇੱਕ ਵਾਰੀ, ਉਹ ਸਪੀਕਰ ਹੋ ਗਿਆ ਬੰਦ। ਤੇ ਉਹ ਜਦੋਂ ਅਸੀਂ ਭਰੇ, ਅਜੇ ਮੋੜ ਮਿਲਖਲ ਕਾਫੀ ਪਿੱਛੇ ਸੀਗੇ, ਅਸੀਂ 200-300 ਮੀਟਰ ਪਿੱਛੇ ਹੋਣੇ ਆ, ਹਾਂਜੀ, ਤੇ ਉਹਨਾਂ ਦੀ ਆਵਾਜ਼ ਇਉਂ ਸੁਣੇ ਕਿ ਜਿਵੇਂ ਉਹ ਸਪੀਕਰ ਹੀ ਲੱਗਾ ਹੁੰਦਾ, ਇੰਨੀ ਉਹਨਾਂ ਦੀ ਆਵਾਜ਼ ਸੀਗੀ। ਜਦ ਮੈਂ ਗੱਲ ਕਰਿਆ, ਹਾਂਜੀ ਅੱਗੇ ਗੱਲ ਕਰੋ। ਹਾਂਜੀ, ਬੜੀ ਉਹਨਾਂ ਦੀ ਕਿਰਪਾ ਸੀ। ਉਸ ਸਮੇਂ ਦੇ ਜਿਹੜੇ ਹਿੰਦੁਸਤਾਨ ਦੇ ਮਹਾਨ ਸੰਗੀਤਕਾਰ ਵੀ ਸੀ ਨਾ ਜੀ, ਜਿੱਦਾਂ ਉਹਨਾਂ ਵਿੱਚ ਲਤਾ ਮੰਗੇਸ਼ਕਰ ਜੀ ਗਾਇਕ ਲਾ ਲਓ, ਰਫੀ ਸਾਹਿਬ, ਕਿਸ਼ੋਰ ਕੁਮਾਰ ਜੀ, ਈਵਨ ਉਹ ਵੀ ਉਹਨਾਂ ਨੂੰ ਸੁਣਨ ਦੇ ਬੜਾ ਸ਼ੌਂਕ ਰੱਖਦੇ ਸਨ, ਉਹਨਾਂ ਨੂੰ ਮੰਨਦੇ ਸਨ ਜੀ ਜੀ ਕਿ ਇਹਨਾਂ ਦੇ ਕੋਲ ਸੰਗੀਤ ਹੈ ਔਰ ਆਵਾਜ਼ ਤੇ ਬੜੀ ਕਿਰਪਾ ਹੈ। ਗਿਆਨੀ ਗਿਆਨ ਸਿੰਘ ਜੀ ਜੋਗੀ ਸਾਹਿਬ ਬਿਲਕੁਲ ਕਲਾਸੀਕਲ ਦੇ ਬਹੁਤ ਮਾਹਰ ਸੀਗੇ ਉਹ। ਹਾਂਜੀ, ਉਸ ਤੋਂ ਬਾਅਦ ਫਿਰ ਜਿਉਂ-ਜਿਉਂ ਕੰਮਕਾਰ ਕਰਦੇ ਔਰ ਨਾਲ ਪੜ੍ਹਾਈ ਔਰ ਨਾਲ ਇਹ ਸਿੱਖਣਾ ਔਰ ਬਾਣੀ ਦੀ ਸੰਥਿਆ ਲੈਣੀ, ਇਹ ਫਿਰ ਜਾਰੀ ਰਿਹਾ ਜੀ। ਹਾਂਜੀ, ਫਿਰ ਉਸ ਤੋਂ ਬਾਅਦ ਸਾਡੇ ਕੋਲ ਨਾਨਕਸਰ ਗੁਰਦੁਆਰਾ ਸਾਹਿਬ ਹੈ ਜੀ, ਜਿੱਥੇ ਸੰਤ ਬਾਬਾ ਗੇਜਾ ਸਿੰਘ ਜੀ ਸੇਵਾਵਾਂ ਕਰਾਉਂਦੇ ਨੇ, ਪਰ ਉੱਥੋਂ ਫਿਰ ਕੁਝ ਸਮਾਂ ਦਾਸ ਨੇ ਤਬਲੇ ਦੀ ਸਿੱਖਿਆ ਲਈ। ਪਹਿਲਾਂ ਤਬਲਾ ਵਜਾਉਣਾ ਮੇਰਾ ਜ਼ਿਆਦਾ ਸ਼ੌਂਕ ਸੀ, ਫਿਰ ਥੋੜ੍ਹਾ ਨਾਲ ਹਾਰਮੋਨੀਅਮ ਸਿੱਖਣਾ। ਕਾਲਜ ਤੇ ਆ ਕੇ ਫਿਰ ਮੈਂ ਜਿਹੜਾ ਸਬਜੈਕਟ ਰੱਖਿਆ ਸੰਗੀਤ ਦਾ ਔਰ BA ਸੰਗੀਤ ਦੀ ਕੀਤੀ। ਹਾਂਜੀ, ਗੱਲਬਾਤ ਆਪਾਂ ਜਾਰੀ ਰੱਖਾਂਗੇ। ਮੈਂ ਥੋੜਾ ਜੋਗਾ ਸਿੰਘ ਜੀ ਤੁਹਾਡੇ ਵੱਲ ਵੀ ਆਜਮਾ, ਹਾਂਜੀ, ਕਿ ਤੁਸੀਂ ਵੀ ਇਸ ਵੇਲੇ ਪੂਰਨ ਗੁਰਸਿੱਖ ਹੋ, ਹਾਂਜੀ, ਤੇ ਤੁਸੀਂ ਵੀ ਸੁੰਦਰ ਦਾੜਾ ਪ੍ਰਕਾਸ਼ ਕੀਤਾ ਹੋਇਆ, ਕਿ ਤੁਸੀਂ ਤੁਹਾਡੇ ਗੁਰਦੁਆਰਾ ਕਿੱਦਾਂ ਆਉਣਾ ਜਾਣਾ ਤੁਹਾਡਾ ਹੋਇਆ ਗੁਰਦੁਆਰਾ ਸਾਹਿਬ? ਸਾਡਾ ਜੀ ਇਦਾਂ ਜੀ, ਮੈਂ ਪਹਿਲੇ ਤਾਂ ਚਲੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਤੋਂ ਆਉਂਦੇ ਜਾਂਦੇ ਸੀ, ਸ਼ੁਰੂ ਤੋਂ ਕੇਸ ਨਹੀਂ ਕਤਲ ਕੀਤੇ ਸੀ ਨਾ ਦੜੀ, ਸ਼ੁਰੂ ਤੋਂ ਰੱਖੇ। ਹਾਂਜੀ, ਤੇ ਉਸ ਤੋਂ ਪਹਿਲਾਂ ਮੈਂ ਨਾ ਇਹ ਭਾਈ ਸਾਹਿਬ ਸਾਡੇ ਪਿੰਡ ਹੀ ਆਉਂਦੇ ਸੀ। ਅੱਛਾ ਜੀ, ਪਹਾਣੀ ਆ ਦੋਨੇ, ਲਾਗੇ ਤੁਹਾਡੇ ਪਿੰਡ ਆ? ਮੇਰੇ ਪਿੰਡ ਮਾਮੇ ਆ, ਨਾਨਕੇ ਆ ਨਾ ਇਹਨਾਂ ਦੇ। ਅੱਛਾ ਅੱਛਾ ਅੱਛਾ। ਗੁਰਦੁਆਰਾ ਸਾਹਿਬ ਇੱਕ ਹੀ ਸਾਡੇ ਪਿੰਡ, ਉਹਦਾ 2 ਗੁਰਦੁਆਰਾ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਜਾਂਦੇ ਸੀ। ਛੋਟੇ ਹੁੰਦੇ ਸੀ ਤਪਲਾ ਵਜਾਣਾ ਇਹਨਾਂ ਦੇ ਨਾਲ ਅਸੀਂ। ਠੀਕ ਹੈ। ਤੇ ਚਲੋ ਮੈਂ ਨਾ ਫਿਰ 10ਵੀਂ ਕਰਕੇ ਮੈਂ ਫੌਜ 'ਚ ਭਰਤੀ ਹੋ ਗਿਆ ਸੀ। ਅੱਛਾ, ਹਾਂਜੀ, ਤੇ ਉਸ ਤੋਂ ਬਾਅਦ ਆਏ ਇੱਥੇ, ਜਦੋਂ ਫਿਰ ਮੈਂ ਬਾਹਰ ਆ ਗਿਆ ਫੌਜ 'ਚੋਂ ਆ ਕੇ 2004 'ਚ। ਉਸ ਤੋਂ ਬਾਅਦ ਫਿਰ ਮੈਂ ਢੱਡਰੀਆਂ ਵਾਲੇ ਦੀ ਮੈਂ ਜ਼ਿਆਦਾ ਸੀਡੀਆਂ ਸੁਣਦਾ ਸੀ। 4 'ਚ ਜਦੋਂ ਵਿਛੋੜਾ ਇੱਕ ਇਹਨਾਂ ਨੇ CD ਕੱਢੀ ਸੀ 2003 ਕਿ 2 'ਚ ਮੇਰਾ ਖਿਆਲ, ਸਾਹਿਬਜ਼ਾਦਿਆਂ ਦੀ। ਉਸ ਤੋਂ ਬਾਅਦ ਸੁਣ ਕੇ ਬਸ 2 ਸਾਲ ਸੁਣਿਆ ਕੰਟੀਨਿਊਸ, ਤੇ ਉਸ ਤੋਂ ਬਾਅਦ ਫਿਰ ਸ਼ੌਂਕ ਪੈਦਾ ਹੋ ਗਿਆ ਗੁਰਦੁਆਰੇ ਜਾਣ ਦਾ। ਭਾਈ ਸਾਹਿਬ ਜੀ ਗੱਲ ਕਰ ਰਹੇ ਸੀ ਤੁਸੀਂ, ਜਿਵੇਂ ਕਾਲਜ ਵੀ ਤੁਸੀਂ ਗਏ ਤੇ ਸਬਜੈਕਟ ਇੱਕ ਮਿਊਜ਼ਿਕ ਦਾ ਤੁਸੀਂ ਚੁਣਿਆ। ਹਾਂਜੀ, ਅੱਜ ਕੱਲ ਜਿਹੜੇ ਕਈ ਵਾਰੀ ਤਾਂ ਆਵਾਜ਼ ਦੀ ਬਖਸ਼ਿਸ਼ ਹੁੰਦੀ ਹੈ, ਹਾਂਜੀ, ਕਈ ਵਾਰੀ ਸਬਜੈਕਟ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪ੍ਰੋਪਰ ਉਸ ਨੂੰ ਜਿਹੜਾ ਰਾਗਦਾਰੀ ਦੇ ਹਿਸਾਬ ਤੇ ਕਲਾਸੀਕਲ ਜਿਹੜਾ ਸਿੱਖਣਾ, ਜਾਂ ਉਹਦੀ ਰਾਗਾਂ ਦੀ BA ਕਰਨੀ ਜਾਂ MA ਕਰਨੀ, ਇਹ ਸਟੱਡੀ ਪ੍ਰਾਪਤ ਕਰਕੇ ਪ੍ਰੋਪਰ ਜਿਹੜੀ ਚੀਜ਼ ਨੂੰ ਲੈਣਾ, ਤੁਸੀਂ ਉਹਨੂੰ ਅਖਤਿਆਰ ਕੀਤਾ। ਤੁਸੀਂ ਕੀ ਇਹ ਸਮਝਦੇ ਹੋ ਕਿ ਜਿਹੜਾ ਜਿਵੇਂ ਆਪਾਂ ਜਿਹੜਾ ਕੀਰਤਨ ਹੈ ਗੁਰਬਾਣੀ ਦਾ, ਅੱਜ ਕੱਲ ਜਿਹੜੇ ਕਈ ਐਸੇ, ਚਲੋ ਸਨਮਾਨਯੋਗ ਆ ਸਾਰੇ ਰਾਗੀ, ਸਤਿਕਾਰਯੋਗ ਆ, ਲੇਕਿਨ ਜਿਹੜਾ ਗੁਰੂ ਮਹਾਰਾਜ ਨੇ ਜਿਵੇਂ ਰਾਗਾਂ ਦੇ ਵਿੱਚ ਸਾਨੂੰ 31 ਰਾਗ ਬਖਸ਼ਿਸ਼ ਕੀਤੇ ਨੇ, ਕਿ ਜਿਸ ਰਾਗ ਦਾ ਸ਼ਬਦ ਹੈ ਕੀ ਸਾਨੂੰ ਉਸੇ ਰਾਗ ਦੇ ਵਿੱਚ ਗਾਇਨ ਕਰਨਾ ਚਾਹੀਦਾ? ਹਾਂਜੀ, ਬੜਾ ਪਿਆਰਾ ਤੁਸੀਂ ਸਵਾਲ ਕੀਤਾ ਜੀ, ਕਿਉਂਕਿ ਇਹ ਬਿਲਕੁਲ ਕਰਨਾ ਚਾਹੀਦਾ, ਕਿਉਂਕਿ ਸ਼ਬਦ ਤੋਂ ਪਹਿਲਾਂ ਰਾਗ ਹੈ, ਔਰ ਜੇ ਉਹਦੀ ਅਹਿਮੀਅਤ ਨਾ ਹੁੰਦੀ ਤਾਂ ਮਹਾਰਾਜ ਲਿਖਦੇ ਵੀ ਨਾ। ਬਿਲਕੁਲ ਜੀ। ਹਾਂਜੀ, ਔਰ ਅਸੀਂ ਕਹਿੰਦੇ ਹਾਂ ਕਿ ਸ਼ਬਦ ਸਾਡਾ ਗੁਰੂ ਹੈ, ਸ਼ਬਦ ਗੁਰੂ ਸੁਰ ਧੁਨ ਚੇਲਾ ਜੀ, ਪਰ ਦੇਖੋ ਸ਼ਬਦ ਤੋਂ ਪਹਿਲਾਂ ਮਹਾਰਾਜ ਨੇ ਰਾਗ ਦਾ ਨਾਮ ਲਿਖਿਆ ਜੀ, ਕਿਹੜੇ ਘਰ 'ਚ ਗਾਣਾ ਹੈ ਉਹ ਤਾਲਾਂ ਦਾ ਨਾਮ ਵੀ ਲਿਖਿਆ, ਘਰ ਪਹਿਲਾ ਆ, ਘਰ ਦੂਸਰਾ, ਘਰ ਤੀਸਰਾ, ਇਹ ਤਾਲਾਂ ਦੇ ਨਾਮ ਨੇ ਜੀ। ਜਿਵੇਂ ਧਨਾਸਰੀ ਅਸੀਂ ਕਹਿੰਦੇ ਹਾਂ, ਧਨਾਸਰੀ ਮਹਲਾ 5ਵਾਂ, ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ 5ਵੇਂ ਘਰ ਦੇ ਚੋਂ ਬਿਆਨ। ਹਾਂ, ਜਿਵੇਂ ਘਰ 12ਵਾਂ, ਘਰ 12ਵਾਂ, ਘਰ ਦੂਜਾ, ਘਰ ਦੂਸਰਾ, ਇਹ ਅੱਗੇ ਸਾਰੇ
ਤਾਲਾਂ ਦੇ ਨਾਮ ਹੈ। ਔਰ ਮਹਾਰਾਜ ਨੇ ਕੱਲੀਆਂ ਇੱਕ ਤਰਫਾ ਹੀ ਨਹੀਂ, ਮਹਾਰਾਜ ਨੇ ਪੜਤਾਲਾਂ ਵੀ ਲਿਖੀਆਂ। ਪੜਤਾਲ ਵੀ ਲਿਖੀ ਇੱਕ ਰਾਗ ਦੇ ਵਿੱਚ ਵੱਖਰੀਆਂ ਵੱਖਰੀਆਂ ਤਾਲਾਂ ਨੂੰ ਕਿਵੇਂ ਗਾਉਣਾ। ਬਿਲਕੁਲ ਹਾਂਜੀ। ਔਰ ਨਾਲ 31 ਰਾਗਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ 'ਚ 31 ਮਿਸ਼ਰਤ ਰਾਗ ਵੀ ਨੇ ਜੀ। ਔਰ ਇਹ ਤਕਰੀਬਨ 62 ਬਣ ਜਾਂਦੇ ਆ। ਬਿਲਕੁਲ ਮਿਸ਼ਰਤ ਇਹਨਾਂ ਦੇ ਵਿੱਚੋਂ ਹੋਰ ਬਹੁਤ ਸਾਰੇ ਰਾਗ ਨਿਕਲਦੇ ਆ। ਔਰ ਸਾਡੇ ਵਾਸਤੇ ਮਹਾਰਾਜ ਨੇ ਇਹ ਬਹੁਤ ਜ਼ਰੂਰੀ ਹੈ। ਠੀਕ ਹੈ, ਅੱਜ ਸਾਡੇ ਰਾਗੀ ਵੀਰ, ਅਸੀਂ ਵੀ ਰੀਤਾਂ ਗਾਉਂਦੇ ਆ, ਬਹੁਤ ਸਾਰੇ ਰਾਗੀ ਫਿਲਮਾਂ ਤੇ ਟਿਊਨਾਂ ਤੇ ਵੀ ਗਾਉਂਦੇ ਆ। ਔਰ ਸ਼ਾਇਦ ਉਹਨਾਂ ਦੀ ਇਹ ਵੀ ਮੰਨਣਾ ਹੈ ਕਿ ਜਦੋਂ ਕੋਈ ਕੀਰਤਨ ਦੇ ਨਾਲ ਜੁੜ ਜਾਂਦਾ, ਉਹ ਕਿਸੇ ਤਰੀਕੇ ਨਾਲ ਵੀ ਗਾਇਆ ਜਾਵੇ ਤੇ ਉਹ ਸ਼ਬਦ ਨੂੰ ਪ੍ਰਧਾਨਗੀ ਦਿੱਤੀ ਜਾਵੇ ਤੇ ਉਹ ਜਿਹੜੀ ਗਾਈ ਹੋਈ ਟਿਊਨ ਜਾਂ ਗਾਇਆ ਹੋਇਆ ਸ਼ਬਦ ਕਿਸੇ ਦੇ ਅੰਦਰ ਤੀਰ ਵਾਂਗ ਵੱਜੇ ਤੇ ਹੋ ਸਕਦਾ ਉਹਨੂੰ ਕੋਈ ਆਨੰਦ ਆਵੇ ਔਰ ਬਾਣੀ ਨਾਲ ਜੁੜ ਸਕੇ। ਬਿਲਕੁਲ ਬਿਲਕੁਲ ਜੀ। ਜਦੋਂ ਤੁਸੀਂ ਕੀਰਤਨ ਕਰਨ ਵਾਸਤੇ ਬੈਠਦੇ ਹੋ, ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ, ਗੁਰੂਆਂ ਦੀ ਬਾਣੀ ਜਦੋਂ ਤੁਸੀਂ ਗਾਇਨ ਕਰਨ ਲੱਗਦੇ ਹੋ, ਕਿ ਉਸ ਵੇਲੇ ਤੁਹਾਡਾ ਮਨ ਕਿੱਥੇ ਹੁੰਦਾ ਜੀ? ਦੇਖੋ, ਜਦੋਂ ਵੀ ਮੈਂ ਤੁਹਾਨੂੰ ਆਪਣੀ ਪਰਸਨਲ ਇਹ ਗੱਲ ਦੱਸਦਾ ਜੀ। ਇੱਕ ਤਾਂ ਜਦੋਂ ਅਸੀਂ ਕੀਰਤਨ ਸ਼ੁਰੂ ਕਰਦੇ ਹਾਂ ਕਿਤੇ ਵੀ, ਔਰ ਪਹਿਲਾ ਜਿਹੜਾ ਸ਼ਬਦ ਆ ਉਹ ਹਮੇਸ਼ਾ ਉਸੇ ਰਾਗ 'ਚ ਗਾਉਣ ਦੀ ਸਾਡੀ ਯਤਨ ਕਰਦੇ ਹਾਂ ਔਰ ਕੋਸ਼ਿਸ਼ ਵੀ ਕਰਦੇ ਹਾਂ ਔਰ ਗਾਉਂਦੇ ਵੀ। ਗੱਲ ਹੈ, ਬਹੁਤ ਵਧੀਆ ਗੱਲ ਹੈ। ਉਸ ਤੋਂ ਬਾਅਦ ਕਈ ਵਾਰੀ ਸੰਗਤ ਦੀ ਡਿਮਾਂਡ ਹੁੰਦੀ ਆ, ਉਹਨਾਂ ਦੇ ਹੁਕਮ ਹੁੰਦੇ ਆ, ਅਲੱਗ-ਅਲੱਗ ਸ਼ਬਦ ਸੁਣਦੇ, ਉਸ ਤਰੀਕੇ ਨਾਲ ਵੀ ਹੁੰਦਾ। ਪਰ ਜਿਹੜੀ ਤੁਸੀਂ ਗੱਲ ਪੁੱਛੀ ਹੈ ਉਹ ਇਸ ਤਰ੍ਹਾਂ ਹੁੰਦੀ ਕਿ ਦੇਖੋ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ੍ਰੀ ਰਾਗ ਮਹਲਾ ਪਹਿਲਾ ਹੈ ਨਾ ਜੀ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਤੇ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ, ਉਹਨਾਂ ਦਾ ਮਨੋਰਥ ਕੀ ਸੀ ਇਹ ਸ਼ਬਦ ਰਚਨ ਦਾ, ਔਰ ਇਹ ਸ਼ਬਦ ਸਾਨੂੰ ਕੀ ਕਹਿ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਮਹਾਰਾਜ ਦੇ ਚਰਨਾਂ 'ਚ ਸਮਰਪਿਤ ਹੋ ਕੇ ਮੈਂ ਉਸ ਸ਼ਬਦ ਨੂੰ ਉਸ ਫੀਲਿੰਗ ਨਾਲ ਗਾਉਣ ਦੀ ਕੋਸ਼ਿਸ਼ ਕਰਦਾ। ਬਹੁਤ ਵਧੀਆ ਜਿਹੜਾ ਜਵਾਬ ਆਪਾਂ ਨੂੰ ਮਿਲਿਆ ਪਿਆਰੇ ਦਰਸ਼ਕੋ, ਕਿ ਜਦੋਂ ਭਾਈ ਸਾਹਿਬ ਜੀ ਕੀਰਤਨ ਕਰਦੇ ਨੇ ਤੇ ਇਹ ਹੁੰਦੀ ਹੈ ਕਿ ਜੋ ਬਾਣੀ ਹੈ ਉਸ ਅਕਾਲ ਪੁਰਖ ਨੂੰ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਦਾ ਗਾਇਨ ਕਰਨਾ। ਤੁਸੀਂ ਵੇਖਿਓ ਆਪਣੇ ਆਪ ਨੂੰ ਕਿੰਨਾ ਆਨੰਦ ਆਏਗਾ। ਜਦੋਂ ਆਪਣੇ ਆਪ ਨੂੰ ਆਨੰਦ ਆਏਗਾ, ਸੰਗਤ ਨੂੰ ਵੀ ਆਨੰਦ ਆਏਗਾ। ਕਈ ਵਾਰੀ ਇਹੋ ਜਿਹੇ ਚਾਂਸ ਹੁੰਦੇ ਭਾਈ ਸਾਹਿਬ ਜੀ, ਭਈ ਸੰਗਤ ਦੇ ਇੱਕ ਦੋ ਬੰਦੇ ਮੋਹਰੇ ਬੈਠੇ ਹੁੰਦੇ ਨੇ। ਹਾਂਜੀ। ਉਹ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੋਵੇ ਕਿ ਤੁਸੀਂ ਕਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਅੱਜ ਕੀਰਤਨ ਜਿਹੜਾ ਉਖੜੇ ਮਨ ਦੇ ਨਾਲ ਹੁੰਦਾ ਹੈ ਜੀ? ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸ ਹੈ ਜੀ। ਜਿਹੜੀ ਸੰਗਤ ਹੈ ਨਾ, ਚਲੋ ਇਹ ਵੱਖਰਾ ਥੋੜਾ ਟੌਪਿਕ ਹੈ ਜੀ, ਪਰ ਸੰਗਤ ਦੇ ਵਿੱਚ ਪਰਮਾਤਮਾ ਵਸਦਾ ਹੈ। ਜਦੋਂ ਇੱਕ ਤੋਂ ਦੋ ਜਣੇ ਹੋ ਜਾਣ ਨਾ ਜੀ, ਉਹ ਵੀ ਇੱਕ ਸੰਗਤ ਹੈ। ਇਕੱਲਾ ਸਿੱਖ ਹੈ ਤੇ ਜੇ ਦੋ ਆ ਉਹ ਸੰਗਤ ਬਣ ਜਾਂਦੀ ਹੈ ਜੀ। ਔਰ ਮੇਰੀ ਹਮੇਸ਼ਾ ਹੀ ਕੋਸ਼ਿਸ਼ ਇਹ ਹੁੰਦੀ ਹੈ, ਭਾਵੇਂ ਦੀਵਾਨ 'ਚ 2 ਬੈਠੇ ਆ, ਭਾਵੇਂ 10 ਬੈਠੇ, ਭਾਵੇਂ 15, 20, 100, ਹਜ਼ਾਰਾਂ 'ਚ ਵੀ ਹੋ ਸਕਦੇ ਆ। ਮੈਨੂੰ ਕੋਈ ਬਹੁਤਾ ਨਾਲ ਉਹਦੇ ਨਾਲ ਫਰਕ ਨਹੀਂ ਪੈਂਦਾ, ਪਰ ਮੇਰਾ ਧਿਆਨ ਸ਼ਬਦ ਦੇ ਵਿੱਚ ਉਸ ਨੂੰ ਜੁੜ ਕੇ ਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਜੀ ਨੇ, ਭਾਈ ਜਸਪਾਲ ਸਿੰਘ ਜੀ ਸ਼ਾਂਤ ਸਾਹਿਬ ਜੀ ਨੇ, ਕਿ ਕਈ ਵਾਰੀ ਇਹ ਹੁੰਦਾ ਕਿ ਜਦੋਂ ਉੱਥੇ ਸੰਗਤ ਆਪਾਂ ਵੇਖਦੇ ਹਾਂ ਕਿ ਸੰਗਤ ਨਹੀਂ ਬੈਠੀ ਤੇ ਮਨ ਉਖੜਿਆ ਜਾ ਚਲੇ ਜਾਂਦਾ ਹੈ। ਰਾਗੀ ਵੀਰ ਵੀ ਸੁਣ ਰਹੇ ਨੇ, ਕੀਰਤਨੀਏ ਵੀ ਸੁਣ ਰਹੇ ਨੇ। ਅਸੀਂ ਗੁਰੂ ਨੂੰ ਕੀਰਤਨ ਸੁਣਾਉਣਾ ਹੈ, ਅਸੀਂ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਰਤਨ ਕਰਨਾ ਹੈ। ਪਹਿਲਾਂ ਵੀ ਜਵਾਬ ਭਾਈ ਸਾਹਿਬ ਜੀ ਨੇ ਇਹੋ ਹੀ ਦਿੱਤਾ ਸੀ, ਆਪਾਂ ਉਹਦੇ ਵਿੱਚੋਂ ਇੱਕ ਜਵਾਬ ਲੱਭਣਾ ਚਾਹੁੰਦੇ ਸੀ, ਉਹ ਜਿਹੜਾ ਕਿ ਆਪਾਂ ਨੂੰ ਮਿਲ ਗਿਆ ਹੈ। ਸੰਗਤ ਇੱਕ ਵੀ ਬੈਠੀ ਹੈ, ਚਾਹੇ 2 ਬੈਠੇ ਨੇ, ਚਾਹੇ 10 ਬੈਠੇ ਨੇ, ਚਾਹੇ ਕੋਈ ਵੀ ਨਹੀਂ ਹੈ, ਪਰ ਗੁਰੂ ਸਾਹਿਬ ਜੀ ਹਾਜ਼ਰ ਨੇ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਹਾਜ਼ਰ ਨੇ ਤੇ ਕੀਰਤਨ ਹਮੇਸ਼ਾ ਆਪਾਂ ਕਰੀਏ ਗੁਰੂ ਨਾਨਕ ਸਾਹਿਬ ਜੀ ਨੂੰ ਅੱਗੇ ਰੱਖ ਕੇ ਮਨ ਦੇ ਅੰਦਰੋਂ, ਤੇ ਫਿਰ ਆਪਾਂ ਕੀਰਤਨ ਕਰਦੇ ਹਾਂ। ਭਾਈ ਸਾਹਿਬ ਜੀ, ਜਦ ਤੁਸੀਂ ਰਾਗਾਂ ਦੇ ਵਿੱਚ ਕੀਰਤਨ ਕਰਦੇ ਹੋ ਤੇ ਕਦੀ ਤੁਸੀਂ ਫਿਰ ਨਾਲ ਰੀਤ ਵੀ ਤੁਸੀਂ ਸ਼ੁਰੂ ਕਰਦੇ ਹੋ, ਤੁਹਾਨੂੰ ਆਨੰਦ ਰਾਗ ਦੇ ਵਿੱਚ ਜ਼ਿਆਦਾ ਆ ਰਿਹਾ ਕਿ ਰੀਤ ਦੇ ਵਿੱਚ ਜ਼ਿਆਦਾ ਆ ਰਿਹਾ? ਨਹੀਂ, ਦੇਖੋ ਜੀ, ਜੋ ਰਾਗ ਹੈ ਉਹ ਮਨ ਨੂੰ ਝੰਜੋੜਦਾ ਜੀ। ਹਾਂਜੀ। ਔਰ ਉਹਦਾ ਆਨੰਦ, ਜਿੱਦਾਂ ਕਹਿ ਲਓ ਕਿ ਇੱਕ ਸ਼ਬਦ ਅਸੀਂ ਰਾਗ ਦਾ ਗਾਇਆ, ਹਾਂਜੀ, ਉਸ ਤੋਂ ਬਾਅਦ ਅਸੀਂ ਰੀਤ ਗਾਈ ਹੈ ਜੀ। ਠੀਕ ਹੈ। ਰੀਤ ਜਿਹੜੀ ਹੁੰਦੀ ਹੈ ਕਈ ਵਾਰੀ ਸੰਗਤ ਵਿੱਚ ਕੁਝ ਬੰਦਿਆਂ ਨੂੰ ਪਸੰਦ ਹੁੰਦੀ ਹੈ, ਉਹਨਾਂ ਨੂੰ ਚੰਗੀ ਲੱਗਦੀ ਹੈ, ਪਰ ਰਾਗ ਦੇ ਸਾਹਮਣੇ ਉਹ ਫਿੱਕੀ ਹੁੰਦੀ ਹੈ। ਰਾਗ ਦਾ ਜਿਹੜਾ ਆਨੰਦ ਹੈ ਨਾ ਜੀ, ਉਹ ਰਾਗ ਦੀ ਹੈ, ਉਹ ਸ੍ਰੇਸ਼ਟ ਹੈ ਜੀ, ਸ੍ਰੇਸ਼ਟ ਰਾਗ ਹੈ। ਹਾਂਜੀ। ਦੂਜੇ ਪਾਸੇ ਮੈਂ ਚੱਲ ਜਾਵਾਂ, ਕਈ ਵਾਰੀ ਹੁੰਦਾ ਕਿ ਤੁਸੀਂ ਰਾਗ ਸ਼ੁਰੂ ਕੀਤਾ ਹੈ, ਤੁਸੀਂ ਰਾਗ ਦੇ ਵਿੱਚ ਕੋਈ 3 ਤਾਲ ਪੜ੍ਹ ਰਹੇ ਹੋ, ਤੁਸੀਂ ਚੌਪਤਾਲ ਪੜ੍ਹ ਰਹੇ ਹੋ, ਤੁਸੀਂ ਦੀਪ ਚੰਦੀ ਪੜ੍ਹ ਰਹੇ ਹੋ, ਢਾਈਆ ਪੜ੍ਹ ਰਹੇ ਹੋ, ਰੂਪਕ ਪੜ੍ਹ ਰਹੇ ਹੋ, ਤੁਸੀਂ ਕੀ ਪੜ੍ਹ ਰਹੇ ਹੋ, ਇੱਕ ਤਾਲਾ ਤੁਸੀਂ ਵਜਾ ਰਹੇ ਹੋ, ਦਾਦਰਾ, ਕੁਛ ਵੀ ਹੈ, ਸੰਗਤ ਕੁਝ ਉੱਠ ਕੇ ਚਲੇ ਜਾਂਦੀ ਹੈ।
ਹਾਂਜੀ ਜਦੋਂ ਸੰਗਤ ਉੱਠ ਕੇ ਚਲੇ ਜਾਂਦੀ ਆ ਤੇ ਕੀ ਤੁਸੀਂ ਸੰਗਤ ਨੂੰ ਕੀ ਉਹ ਕਹਿਣਾ ਚਾਹੁੰਦੇ ਹੋ ਆਪਣੇ ਲਫ਼ਜ਼ਾਂ ਦੇ ਵਿੱਚ ਕਿ ਸੰਗਤ ਕੀ ਪਸੰਦ ਕਰਦੀ ਉਸ ਵੇਲੇ? ਰਾਗ ਪਸੰਦ ਕਰਦੀ ਹੈ ਕਿ ਸੰਗਤ ਗੀਤ ਪਸੰਦ ਕਰਦੀ ਹੈ ਕਿ ਸੰਗਤ ਨੂੰ ਕੰਨ ਰਸ ਪੈ ਜਾਂਦਾ? ਹਾਂਜੀ, ਬੜਾ ਵਧੀਆ ਤੁਸੀਂ ਸਵਾਲ ਕੀਤਾ ਹੈ। ਔਰ ਮੈਨੂੰ ਇਹਦੇ ਨਾਲ ਇੱਕ ਹੋਰ ਵੀ ਬੜੀ ਖੁਸ਼ੀ ਹੋਈ ਹੈ ਕਿ ਆਮ ਅਸੀਂ ਇੰਟਰਵਿਊ ਕਰਦੇ ਹਾਂ ਬਹੁਤ ਸਾਰੇ ਭਾਈ ਸਾਹਿਬਾਂ ਨਾਲ, ਬਹੁਤ ਵੱਖਰੇ ਵੱਖਰੇ ਚੈਨਲਾਂ ਦੇ ਪੱਤਰਕਾਰਾਂ ਨਾਲ ਵੀ ਕਰਦੇ ਹਾਂ, ਔਰ ਜਿੰਨੀਆਂ ਤੁਸੀਂ ਤਾਲਾਂ ਦੇ ਨਾਮ ਸੁਣਾਏ ਨੇ ਤੇ ਸ਼ਾਇਦ ਇਹ ਰਾਗੀਆਂ ਨੂੰ ਹੀ ਪਤਾ ਹੁੰਦਾ, ਆਮ ਸੰਗਤਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੁੰਦੀ ਜੀ। ਔਰ ਜਿਹੜਾ ਤੁਹਾਡਾ ਸਵਾਲ ਹੈ ਕਿ ਸੰਗਤ ਕਈ ਵਾਰੀ ਉੱਠ ਕੇ ਜਾਣ ਲੱਗ ਜਾਂਦੀ ਹੈ, ਹਾਂਜੀ ਜੀ, ਤੇ ਦੋ ਕਾਰਨ ਹੁੰਦੇ ਆ। ਕਈ ਵਾਰੀ ਤਾਂ ਸੰਗਤ ਨੂੰ ਕੋਈ ਪਰਸਨਲੀ ਕੰਮ ਵੀ ਹੁੰਦੇ ਆ, ਉਹਨਾਂ ਦਾ ਟਾਈਮ ਹੋ ਜਾਂਦਾ ਉੱਠ ਕੇ ਜਾਣ ਦਾ, ਹਾਂਜੀ। ਤੇ ਦੂਸਰਾ ਇਹ ਕਿ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ, ਉਹਨਾਂ ਨੂੰ ਆਨੰਦ ਨਹੀਂ ਆਉਂਦਾ, ਹਾਂਜੀ, ਕਿਉਂਕਿ ਗੁਰਬਾਣੀ ਬਹੁਤ ਮਹਿੰਗੀ ਹੈ ਤੇ ਤੁਸੀਂ ਇਸੇ ਤਰ੍ਹਾਂ ਰਾਗ ਵੀ ਬੜੇ ਮਹਿੰਗੇ ਨੇ। ਔਰ ਕਈ ਵਾਰੀ ਬਹੁਤ ਵਾਰੀ ਇਦਾਂ ਹੁੰਦਾ ਕਿ ਸੰਗਤ ਨੂੰ ਰਾਗਾਂ ਦੇ ਵਿੱਚ ਨਹੀਂ ਸਮਝ ਆਉਂਦੀ, ਔਰ ਮੇਰੀ ਕੋਸ਼ਿਸ਼ ਹੈ ਕਿ ਰਾਗ ਨੂੰ ਥੋੜਾ ਸਰਲ ਤਰੀਕੇ ਨਾਲ ਵੀ ਗਾਇਆ ਜਾਵੇ ਜਿਹਦੇ ਨਾਲ ਸੰਗਤ ਦਾ ਮਿਲਾਪ ਔਰ ਜੋੜ ਬਣਿਆ ਰਵੇ ਜੀ। ਤੇ ਜੇਕਰ ਸੰਗਤ ਉੱਠ ਕੇ ਜਾਣਾ ਚਾਹੁੰਦੀ ਹੈ, ਔਰ ਮੇਰੇ ਹਿਸਾਬ ਨਾਲ ਉਹਦੇ ਵਿੱਚ ਜਿਹੜਾ ਰਾਗੀ ਹੈ ਨਾ, ਉਹਨੂੰ ਜਾਂ ਕੋਈ ਵੀ ਵਕਤਾ ਪ੍ਰਚਾਰਕ ਉਸ ਟਾਈਮ ਦਾ, ਉਹਨੂੰ ਸੰਗਤ ਨੂੰ ਪੜ੍ਹਨਾ ਪੈਂਦਾ ਕਿ ਉਹ ਕੀ ਚੀਜ਼ ਮੰਗ ਰਹੀ ਹੈ। ਉਸ ਤਰੀਕੇ ਦੇ ਨਾਲ ਸਟੇਜ ਦੀ ਪਰਫਾਰਮੈਂਸ ਕੀਤੀ ਜਾਂਦੀ ਕਿ ਤਾਂ ਕਿ ਉੱਠ ਕੇ ਨਾ ਜਾ ਸਕੇ। ਮੈਂ ਗੱਲ ਇੱਕ ਹੋਰ ਵੀ ਕਰਾਂ, ਥੋੜੇ ਦਿਨ ਹੋਏ ਆ ਕੁਇੰਟਰੀ ਵਿਖੇ ਇੱਕ ਨੌਜਵਾਨ, ਤੁਹਾਨੂੰ ਵੀ ਪਤਾ ਕਿ ਭਾਈ ਦਿਲਬਾਗ ਸਿੰਘ ਤੇ ਗੁਲਬਾਗ ਸਿੰਘ ਘਰਾਣੇ ਦੇ ਰਾਗੀ ਹੋਏ ਨੇ, ਬਹੁਤ ਹਾਂਜੀ, ਤੇ ਬੜੀ ਉਹਨਾਂ ਕੋਲ ਕਲਾਸੀਕਲ ਸੀਗਾ। ਉਹਨਾਂ ਦਾ ਹੀ ਘਰਾਂ ਦੇ ਵਿੱਚੋਂ ਭਤੀਜਾ ਸਤਵਿੰਦਰ ਸਿੰਘ ਬੋਦਲ ਬੜਾ ਅੱਛਾ ਕੀਰਤਨ ਕਰ ਰਿਹਾ, ਔਰ ਨਾਲ ਉਹਨਾਂ ਦੇ ਬੈਠ ਗਏ ਉਸਤਾਦ ਜੀ ਪਿੰਕੀ ਸਾਹਿਬ ਤਬਲੇ ਤੇ, ਔਰ ਨਾਲ ਜਗਜੀਤ ਸਿੰਘ ਜੱਗੀ ਜੀ ਬੈਠ ਗਏ, ਔਰ ਨਾਲ ਦਾਸ ਵੀ ਪਿਛਲੇ ਪਾਸੇ ਬੈਠਾ ਸੀ, ਤੇ ਉਹਨਾਂ ਦੇ ਪਿੱਛੇ ਮਨਦੀਪ ਸਿੰਘ ਜੀ ਤਬਲਾ ਬੜਾ ਅੱਛਾ ਵਜਾ ਰਹੇ ਨੇ। ਉੱਥੇ ਕੀ ਹੋਇਆ ਕਿ ਸੰਗਤ ਦੇ ਵਿੱਚੋਂ ਇੱਕ ਵੀ ਬੰਦਾ, ਜਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਰਾਗ ਜਿਹੜਾ ਉਹਨਾਂ ਨੇ ਸਮੇਂ ਦਾ ਟੋਡੀ ਦੇ ਵਿੱਚ ਪੜ੍ਹਿਆ, ਤੇ ਇੱਕ ਵੀ ਬੰਦਾ ਉੱਠ ਕੇ ਨਹੀਂ ਗਿਆ। ਅਖੀਰ ਤੱਕ ਉਹਨਾਂ ਨੇ ਜਿਹੜਾ ਕਲਾਸੀਕਲ ਦੇ ਵਿੱਚ ਉਹ ਸਾਰਾ ਗਾਇਨ ਕੀਤਾ। ਹੁਣ ਇੱਥੇ ਤੁਸੀਂ ਕੀ ਆਖੋਗੇ ਕਿ ਜਿਹੜੇ ਬੰਦੇ, ਕਈ ਬੰਦੇ ਐਸੇ ਵੀ ਹੁੰਦੇ ਨੇ, ਹੁਣ ਦੇਖੋ ਰਾਗ ਗਾਉਣ ਵਾਲੇ ਦੇ ਵਿੱਚ ਵੀ ਉਹ ਤਰਤੀਬ ਪੂਰੀ ਹੋਵੇ, ਉਹ ਰਾਗ ਦਾ ਪੂਰਾ ਮਾਹਰ ਹੋਵੇ, ਉਹਨੂੰ ਰਾਗ ਗਾਉਣਾ ਆਉਂਦਾ ਹੋਵੇ, ਤੇ ਕੀ ਤੁਸੀਂ ਸਮਝਦੇ ਹੋ ਕਿ ਸਰੋਤਾ ਫਿਰ ਵੀ ਉੱਠ ਕੇ ਚਲੇ ਜਾਏਗਾ? ਦੇਖੋ ਜੀ, ਜਿਹਨਾਂ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਦਿਲਬਾਗ ਸਿੰਘ ਗੁਲਬਾਗ ਸਿੰਘ ਜੀ ਬੋਦਲਾ ਵਾਲੇ, ਔਰ ਉਹਨਾਂ ਦੇ ਗਾਂ ਫਰਜ਼ੰਦ ਬੜਾ ਅੱਛਾ ਕੀਰਤਨ ਕਰ ਰਹੇ ਨੇ। ਬਿਲਕੁਲ, ਜਿਸ ਪ੍ਰੋਗਰਾਮ ਤੁਸੀਂ ਗੱਲ ਕਰ ਰਹੇ ਹੋ ਮੈਂ ਉਹ ਸੁਣਿਆ ਜੀ, ਔਰ ਪਿੰਕੀ ਉਸਤਾਦ ਜੀ ਤਬਲੇ ਤੇ ਬੈਠੇ ਨੇ ਜੀ, ਔਰ ਜਿੱਥੇ ਉਹਨਾਂ ਦੀ ਗਾਇਕੀ ਦਾ ਬੜਾ ਵਧੀਆ ਅੰਦਾਜ਼ ਹੈ, ਹਾਂਜੀ, ਉੱਥੇ ਪਿੰਕੀ ਜੀ ਉਹਨਾਂ ਨੇ ਵੀ ਬੜੀ ਕਮਾਲ ਕੀਤੀ। ਬਿਲਕੁਲ, ਉਹਨਾਂ ਦੇ ਪਿੱਛੇ ਇੱਕ ਭਾਈ ਸਾਹਿਬ ਬੈਠੇ ਸੀ ਤਬਲਾ, ਮਨਦੀਪ ਸਿੰਘ ਜੀ, ਉਹਨਾਂ ਨੂੰ ਵੀ ਉਹ ਮੌਕਾ ਦਿੰਦੇ ਸੀਗੇ। ਬਿਲਕੁਲ, ਔਰ ਜਿੱਥੇ ਉਹ ਇੰਨੇ ਗੁਣੀ ਨੇ, ਉੱਥੇ ਬੜੇ ਚੰਗੇ ਸੁਭਾਅ ਦੇ, ਉਹ ਦਿਲ ਦੇ, ਮੈਂ ਉਹਨਾਂ ਨੂੰ ਮਿਲਿਆ ਨਹੀਂ, ਪਰ ਉਹਨਾਂ ਦੇ ਸੁਭਾਅ ਤੋਂ ਪਤਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਵੀ ਨਾਲ ਦੇ ਨੇ ਵੀ ਮੌਕਾ ਦਿੰਦੇ ਸੀ ਤਬਲਾ ਵਜਾਉਣ ਦਾ। ਬਿਲਕੁਲ ਬਿਲਕੁਲ, ਹਾਂਜੀ। ਔਰ ਤੁਹਾਡੀ ਗੱਲ ਦਰੁਸਤ ਹੈ, ਜਦੋਂ ਕੋਈ ਵੀ ਬੰਦਾ ਪੂਰਾ ਹੁੰਦਾ ਜੀ ਆਪਣੇ ਕੰਮ ਦੇ ਵਿੱਚ, ਚਾਹੇ ਉਹ ਗਾਇਕੀ ਹੈ ਜਾਂ ਕੋਈ ਹੋਰ ਵੀ ਹੈ, ਤੇ ਉਹ ਫਿਰ ਜਦੋਂ ਅਗਲੇ ਸਾਹਮਣੇ ਬੈਠੇ ਦਾ ਘਰ ਪੂਰਾ ਕਰਦਾ ਤੇ ਫਿਰ ਕਦੇ ਉੱਠ ਕੇ ਨਹੀਂ ਜਾਣ ਜੀ ਕਰਦਾ। ਜੋਗਾ ਸਿੰਘ ਜੀ, ਮੈਂ ਤੁਹਾਡੇ ਇਲਾਵਾ, ਹਾਂਜੀ, ਤੁਸੀਂ ਸੰਗਤ ਦੇ ਵਿੱਚ ਦੀ ਵਿਚਰਦੇ ਹੋ, ਸੰਗਤ ਦੇ ਵਿੱਚ ਦੀ ਬੈਠਦੇ ਹੋ, ਸਾਡੇ ਗੁਰੂ ਘਰ ਦੇ ਕੀਰਤਨੀਏ, ਰਾਗ ਗਾਇਨ ਕਰਨ ਵਾਲੇ, ਜਿਨ੍ਹਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਹੁੰਦੀਆਂ, ਸਾਜ਼ ਸਿੱਖੇ ਹੁੰਦੇ ਆ, ਤਬਲਾ ਸਿੱਖਿਆ ਹੁੰਦਾ। ਤੁਸੀਂ ਦੇਖਿਆ ਭਾਈ ਸਾਹਿਬ ਜੀ, ਗੁਲਾਮ ਅਲੀ ਸਾਹਿਬ ਜਿਹੜੇ ਪਾਕਿਸਤਾਨ ਦੇ ਬੜੇ, ਉਹ ਤਬਲਾ ਵੀ ਬਹੁਤ, ਤਬਲੇ ਤੇ ਮਾਹਰ ਨੇ, ਉਹ ਬਹੁਤ ਬਾਖੂਬੀ ਤਬਲਾ ਵਜਾਉਂਦੇ ਨੇ, ਗੁਲਾਮ ਅਲੀ ਸਾਹਿਬ ਜੀ। ਸਾਡੇ ਵੀ ਭਾਈ ਸਰਬਜੀਤ ਸਿੰਘ ਲਾਡੀ ਜੀ ਵੀ ਦੇਖੋ, ਉਹ ਵੀ ਦੇਖੋ ਸਰਬਜੀਤ ਸਿੰਘ ਜੀ ਦਾ ਜਿੰਨਾ ਕੀਰਤਨ ਕਮਾਲ ਦਾ, ਉਹਨਾਂ ਤਬਲਾ ਵੀ ਦੇਖੋ, ਤਬਲਾ ਵੀ ਉਹਨਾਂ ਦਾ ਬੜਾ ਕਮਾਲ ਦਾ, ਬਾਖੂਬੀ ਹੈ। ਤੇ ਉਹਨਾਂ ਨੂੰ ਸੁਰ ਤਾਲ ਦਾ ਜਿਹੜਾ ਗਿਆਨ ਆ, ਬੜੀ ਮਿਹਨਤ ਕੀਤੀ ਹੋਈ ਉਹਨਾਂ ਨੇ ਵੀ, ਤੇ ਉਸਤਾਦ ਜੀ ਨੇ ਬੜੀ ਮਿਹਨਤ ਕਰਾਈ ਆ। ਤੁਸੀਂ ਸੰਗਤ ਦੇ ਵਿੱਚ ਦੀ ਵਿਚਰਦੇ ਹੋ, ਕਈ ਵਾਰੀ ਆਪਾਂ ਦੇਖਿਆ ਕਿ ਗੁਰੂ ਘਰ ਦੇ ਜਿਹੜੇ ਕੀਰਤਨੀਏ ਨੇ, ਬੜਾ ਅੱਛੇ ਕੀਰਤਨੀਏ ਨੇ, ਬੜਾ ਅੱਛਾ ਕੀਰਤਨ ਕਰਦੇ ਨੇ, ਲੇਕਿਨ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਵੀ ਨਹੀਂ ਚੱਲਦਾ। ਹਾਂਜੀ, ਇਹ ਤਾਂ ਗੱਲ ਬਿਲਕੁਲ ਦਰੁਸਤ ਹੈ, ਹਾਂਜੀ, ਕਿਉਂਕਿ ਉਹਨਾਂ ਨੇ ਵੀ ਬੱਚੇ ਆਪਣੇ ਪਾਲਣੇ ਹੁੰਦੇ, ਉਹਨਾਂ ਦੇ ਵੀ ਥੋੜਾ ਦੇਖਣਾ ਚਾਹੀਦਾ ਗੁਰੂ ਘਰਾਂ ਵਾਲਿਆਂ ਨੂੰ ਕਿ ਸਹੀ ਉਹਨਾਂ ਦੀ ਜਿਹੜੀ ਤਨਖਾਹਾਂ ਹੋਣੀਆਂ ਚਾਹੀਦੀਆਂ ਹੈਗੀਆਂ, ਤੇ ਸੋਹਣਾ ਕੀਰਤਨ ਕਰਦੇ, ਗੁਰਬਾਣੀ ਨਾਲ ਜੋੜਦੇ ਨੇ ਸੰਗਤਾਂ ਨੂੰ ਜੀ। ਤੇ
ਮੇਰੇ ਹਿਸਾਬ ਨਾਲ ਉਹਨਾਂ ਦੀ ਵੱਧ ਤੋਂ ਵੱਧ ਉਹਨਾਂ ਦੀ ਵੀ ਹੈਲਪ ਕਰਨੀ ਚਾਹੀਦੀ ਹੈ ਗੁਰੂ ਜੀ। ਘਰਾਂ ਨੂੰ। ਜੀ ਜੇ ਆਪਾਂ ਕਹਿ ਦਈਏ 500-700 ਨਾਲ ਤਾਂ ਗੱਲ ਬਣਦੀ ਨਹੀਂ ਹੈ ਨਾ, ਜੀ। ਤੇ ਇਸ ਕਰਕੇ ਉਹਨਾਂ ਦੀ ਵੀ ਹੈਲਪ ਚੰਗੀ ਕਰਨੀ ਚਾਹੀਦੀ ਹੈ। ਕਿਉਂਕਿ ਜਿਹੜੇ ਜਥੇ ਆ, ਦੇਖੋ ਜਥੇ ਵੀ 3 ਮੈਂਬਰ ਹੁੰਦੇ ਜਥੇ ਦੇ, ਹਾਂਜੀ ਅਕਸਰ ਉਹਨਾਂ ਦੇ ਵੀ ਘਰਾਂ ਦੇ ਖਰਚੇ ਆ, ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਆ, ਅੱਗੋਂ ਵੀ ਉਹ ਮਿਹਨਤ ਕਰਦੇ ਨੇ, ਉਹਦਾ ਹੌਸਲਾ ਵੱਧਦਾ ਰਹੇਗਾ ਤੇ ਉਹ ਵੀ ਜੁੜੇ ਰਹਿਣਗੇ, ਕਿਉਂਕਿ ਉਹਨਾਂ ਦਾ ਇੱਕ ਪਾਸੇ ਉਹ ਸੇਵਾ ਵੀ ਹੈਗੀ ਆ, ਦੂਜੀ ਗੱਲ ਤੇ ਦੂਜੇ ਪਾਸੇ ਉਹਨਾਂ ਦਾ ਉਹ ਕਿਰਤ ਵੀ ਹੈਗੀ ਆ। ਦੂਜੀ ਗੱਲ ਉਹ ਨਾਲੇ ਗੁਰੂ ਨਾਲ ਜੋੜਦੇ ਨੇ, ਕੋਈ ਹੋਰ ਕੁਛ ਤੇ ਕਰਦੇ ਨਹੀਂ ਹੈਗੇ। ਜਿੱਦਾਂ ਆਪਾਂ ਗਾਣ ਵਾਲੇ ਕੋਈ ਦੇਖ ਲਓ, ਕੋਈ ਸਿੰਗਰ ਨੇ, ਉਹਨਾਂ ਨੂੰ ਕਿੰਨਾ ਟਿਕਟਾਂ ਲਾ ਕੇ ਆਪਾਂ ਉਹਨਾਂ ਦੇ 30-30 50-50 ਪਾਉਂਡ ਲਾ ਕੇ ਵੀ ਆਪਾਂ ਜਾਂਦੇ ਆ ਸੁਣਨ ਵਾਸਤੇ, ਹੈ ਨਾ। ਤੇ ਜੇ ਆਪਾਂ ਗੁਰੂ ਘਰ ਜਾਂਦੇ ਆ, ਕੀਰਤਨ ਕਰਦਾ, ਉੱਥੇ ਜਾ ਕੇ 50 ਪੈਣੀ ਆ ਜਾਂ 1 ਪਾਉਂਡ ਕੱਢ ਕੇ ਰੱਖਣਾ, ਹੈ ਨਾ। ਤੇ ਆਪਾਂ ਉੱਥੇ ਕਿੰਨਾ ਇੱਥੋਂ ਅਸੀਂ ਕੁਝ ਸਿੱਖ ਕੇ ਜਾਣਾ, ਉੱਥੋਂ ਵੀ ਲੈ ਕੇ ਜਾਣਾ, ਜਿੱਥੇ ਆਪਾਂ 30-30 50-50 ਪਾਉਂਡ ਲਾ ਕੇ ਟਿਕਟਾਂ ਲਾਉਂਦੇ, ਉੱਥੇ ਤੇ ਬਸ ਘੰਟਾ 2 ਘੰਟੇ ਆਪਣਾ ਮौज ਮਸਤੀ ਕਰਕੇ ਆ ਜਾਣੀ। ਇੱਥੇ ਕੁਛ ਨਾ ਕੁਛ ਗੁਰੂ ਘਰੋਂ ਲੈ ਕੇ ਉੱਠਣਾ। ਕਿੰਨਾ ਕੁ ਸਹਿਮਤ ਹੋ ਜੋਗਾ ਸਿੰਘ ਨਾਲ ਤੁਸੀਂ? ਮੈਂ ਜੀ ਬਹੁਤ ਜ਼ਿਆਦਾ ਸਹਿਮਤ ਹਾਂ। ਠੀਕ ਹੈ ਜੀ। ਹਾਂਜੀ। ਪਿਆਰੇ ਦਰਸ਼ਕੋ, ਬੜੀ ਵਧੀਆ ਗੱਲ ਜੋਗਾ ਸਿੰਘ ਜੀ ਨੇ ਵੀ ਕੀਤੀ ਹੈ ਕਿ ਗੁਰੂ ਘਰ ਦੇ ਕੀਰਤਨੀਏ ਬੜੇ ਸਤਿਕਾਰਯੋਗ ਨੇ। ਚਾਹੇ ਕੋਈ ਚਲੋ ਸਿੱਖ ਰਿਹਾ ਹੈ, ਚਾਹੇ ਕੋਈ ਉਸ ਤੋਂ ਵੀ ਜ਼ਿਆਦਾ ਸਿੱਖ ਕੇ ਸੇਵਾ ਕਰ ਰਿਹਾ, ਚਾਹੇ ਕੋਈ ਮੰਜ਼ਿਲ ਤੇ ਅੱਗੇ ਪਹੁੰਚ ਚੁੱਕਾ ਹੈ, ਸਾਰੇ ਸਤਿਕਾਰਯੋਗ ਨੇ ਕੀਰਤਨੀਏ, ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ। ਉਹ ਕਹਿਣ ਤੋਂ ਭਾਵ ਹੈ ਕਿ ਜਿਹੜੇ ਸਿੱਖਦੇ ਵੀ ਨੇ ਤੇ ਜਿਹੜੇ ਹੋਰ ਮਿਹਨਤਾਂ ਕਰਦੇ ਨੇ, ਜਿਹੜੇ ਮਿਹਨਤਾਂ ਕਰਕੇ ਅੱਗੇ ਪਹੁੰਚ ਗਏ ਨੇ, ਇਹਨਾਂ ਦਾ ਵੀ ਸਤਿਕਾਰ ਕਰਨਾ ਆਪਣਾ ਵੀ ਫਰਜ਼ ਬਣਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਵੀ ਫਰਜ਼ ਬਣਦਾ ਕਿ ਆਪਾਂ ਸਤਿਕਾਰ ਕਰੀਏ, ਸੰਗਤ ਦਾ ਵੀ ਫਰਜ਼ ਬਣਦਾ ਕਿ ਆਪਾਂ ਸਤਿਕਾਰ ਕਰੀਏ। ਗੁਰੂ ਘਰ ਦੇ ਕੀਰਤਨੀਏ ਹਨ। ਸੋ ਕਿਉਂਕਿ ਟਾਈਮ ਇਸ ਪ੍ਰੋਗਰਾਮ ਦਾ ਬਿਲਕੁਲ ਜੀ ਹੋ ਗਿਆ। ਤੁਸੀਂ ਜੋਗਾ ਸਿੰਘ ਦੀ ਅਖੀਰ ਵਿੱਚ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਿੱਖ ਚੈਨਲ ਜਿਹੜੇ ਕੰਮ ਕਰ ਰਹੇ ਨੇ ਬਹੁਤ ਵਧੀਆ 10 ਸਾਲ ਤੋਂ ਕਰ ਰਹੇ ਨੇ, ਤੇ ਸਿੱਖ ਚੈਨਲ ਜ਼ਿਆਦਾ ਸੁਣ ਕੇ ਹੀ ਆਪਾਂ ਗੁਰਸਿੱਖੀ ਵਾਲੇ ਪਾਸੇ ਆਏ ਹਾਂ। ਸਿੱਧੀ ਜਿਹੜੀ ਵੱਡੀ ਗੱਲ ਹੈ। ਚਲੋ ਠੀਕ ਹੈ, ਢੱਡਰੀਆਂ ਵਾਲੇ ਜਦੋਂ ਦੀਵਾਨ ਚੱਲਦੇ ਸੀ ਤੇ ਸਿੱਖ ਚੈਨਲ ਨੇ ਪਹਿਲਾਂ ਨੇ ਉਹਨਾਂ ਨੂੰ ਬਹੁਤ ਸਾਥ ਦਿੱਤਾ। ਇਹ ਬੜੇ ਪਿੱਛੇ ਦੀ ਗੱਲ ਹੈ। ਹਾਂਜੀ, ਬਹੁਤ ਪਿੱਛੇ ਦੀ ਗੱਲ। ਉਸ ਟਾਈਮ ਹੀ ਫਿਰ ਉਸ ਤੋਂ ਬਾਅਦ ਤੇ ਚਲੋ ਆਪਾਂ ਮਹਾਰਾਜ ਨੇ ਕਿਰਪਾ ਕੀਤੀ ਤੇ ਗੁਰੂ ਵਾਲੇ ਬਣ ਗਏ 12 ਸਾਲ ਤੋਂ। ਬਹੁਤ ਵਧੀਆ ਗੱਲ ਹੈ ਕਿ ਤੁਸੀਂ ਗੁਰੂ ਵਾਲੇ ਬਣੇ ਹੋਏ ਹੋ। ਸਿੱਖ ਚੈਨਲ ਨੇ ਬਹੁਤ ਸਾਥ ਦਿੱਤਾ ਜੀ। ਬਿਲਕੁਲ ਜੀ। ਤੁਸੀਂ ਅਖੀਰ ਵਿੱਚ ਸਿੱਖ ਚੈਨਲ ਬਾਰੇ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ? ਸਿੱਖ ਚੈਨਲ ਦਾ ਦਾਸ ਤੇ ਬੜਾ ਵੱਡਾ ਇੱਕ ਉਪਕਾਰ ਹੈ। ਸੰਨ 2012 ਚ ਜਿਹੜਾ ਪੀਪਲ ਅਵਾਰਡ ਜਥਿਆਂ ਦਾ ਹੋਇਆ ਸੀ, 10 ਨੂੰ 2012 ਚ ਜੀ ਕੀਰਤਨ ਜਥੇ ਦਾ ਅਵਾਰਡ ਦਿੱਤਾ ਸੀਗਾ ਜੀ। ਔਰ ਸਿੱਖ ਚੈਨਲ ਨੇ ਬਹੁਤ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਸਾਰ ਕੀਤਾ, ਗੁਰਬਾਣੀ ਨਾਲ ਜੋੜਿਆ, ਇਤਿਹਾਸ ਨਾਲ ਜੋੜਿਆ। ਪਹਿਲਾਂ ਸਿੱਖਾਂ ਦਾ ਚੈਨਲ ਉਹ ਬੜਾ ਮੁਸ਼ਕਲ ਹੁੰਦਾ ਜੀ ਪਹਿਲ ਕਦਮੀ ਕਰਨੀ। ਬਿਲਕੁਲ ਉਸ ਜੀ। ਤੋਂ ਬਾਅਦ ਬਹੁਤ ਸਾਰੇ ਚੈਨਲ ਆਪਾਂ ਬਣਾ ਸਕਦੇ ਹਾਂ, ਪਰ ਜਿਹੜੀ ਪਹਿਲ ਕਦਮੀ ਹੁੰਦੀ ਹੈ ਉਹ ਸਿੱਖ ਚੈਨਲ ਵੱਲੋਂ ਹੀ ਹੋਈ ਹੈ। ਸਿੱਖ ਚੈਨਲ ਵੱਲੋਂ ਹੋਈ ਹੈ। ਔਰ ਮਾਣ ਹੈ ਸਾਡੀ ਸਾਰੀ ਪ੍ਰਬੰਧਕ ਕਮੇਟੀ ਤੇ ਔਰ ਸਾਰਿਆਂ ਭਾਈ ਦਵਿੰਦਰ ਸਿੰਘ ਬਾਲ ਜੀ ਬਲ ਦਾ, ਔਰ ਸਾਰਿਆਂ ਦਾ। ਔਰ ਮੈਂ ਹੁਣ ਇਹ ਆਖਰ ਤੇ ਇਹ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਸਿੱਖ ਚੈਨਲ ਦਾ ਵੱਧ ਤੋਂ ਵੱਧ ਸਾਥ ਦਈਏ, ਕਿਉਂਕਿ ਬਹੁਤ ਖਰਚੇ ਨੇ ਮੈਂ ਦੇਖ ਰਿਹਾ ਇੱਥੇ, ਔਰ ਬਹੁਤ ਮਹਿੰਗਾ UK ਵਿੱਚ ਜੀ। ਔਰ ਇਹ ਸਾਰੀ ਸੰਗਤ ਦੀ ਤਿਲ ਫੁੱਲ ਭੇਟਾ ਦੇ ਨਾਲ ਹੀ ਇਹ ਚੱਲਦੀਆਂ ਨੇ ਸਾਰੀਆਂ ਸੇਵਾਵਾਂ। ਔਰ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਵੱਧ ਤੋਂ ਵੱਧ ਨਾਲ ਜੁੜੋ। ਔਰ ਜਿਹੜੇ 5 ਦਿਨਾਂ ਦਾ ਸਮਾਗਮ ਚੱਲ ਰਿਹਾ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਉਹ ਸਮਾਂ ਸਾਨੂੰ ਯਾਦ ਕਰਾ ਰਹੇ ਨੇ। ਉਹ ਸਰਦੀ ਦਾ ਸਮਾਂ, ਹਾਂਜੀ, ਉਹ ਦਿਨ ਕਿੰਨੇ ਔਖੇ ਸਾਹਿਬਜ਼ਾਦਿਆਂ ਦੇ ਨਾਲ ਕਿੰਨੇ ਜੀ ਉਹ ਕਰ ਰਹੇ ਨੇ। ਹਾਂਜੀ ਉਹ ਕਰ ਰਹੇ ਨੇ। ਬਿਲਕੁਲ ਜੀ। ਜਿਹੜੇ ਉਲੀਕੇ ਆ ਪਿਛਲੇ ਦਿਨੀ ਤੁਸੀਂ ਆਪਾਂ ਵੇਖਿਆ ਕਿ ਪਿਛਲੇ ਦਿਨੀ ਜਿਹੜੇ ਸਿੱਖ ਚੈਨਲ ਦੇ ਵੱਲੋਂ ਇਹ ਪ੍ਰੋਗਰਾਮ ਜਿਹੜੇ ਤੁਹਾਨੂੰ ਵਿਖਾਏ ਗਏ ਆ, ਉਹ ਸੋ ਤੁਸੀਂ ਬੜੇ ਵੱਧ ਚੜ ਕੇ ਉਹਨਾਂ ਵਿੱਚ ਹਿੱਸਾ ਲਿਆ ਵਾ। ਸੋ ਬਹੁਤ ਧੰਨਵਾਦ ਜੀ। ਅਸੀਂ ਭਾਈ ਸਾਹਿਬ ਭਾਈ ਜਸਵਾਲ ਸਿੰਘ ਦੀ ਸ਼ਾਂਤ ਤੇ ਜੋਗਾ ਸਿੰਘ ਦੀ ਬੱਸੀ, ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਇਹ ਸ਼ੋਅ ਦਾ ਸਮਾਂ ਜਿਹੜਾ ਬਿਲਕੁਲ ਖਤਮ ਹੋ ਗਿਆ ਜੀ। ਤੁਸੀਂ ਵੇਖਦੇ ਰਹੋ ਸਿੱਖ ਚੈਨਲ, ਡਾਇਰੈਕਟ ਡੈਬਿਟ ਭਰੋ ਜੀ, ਸਿੱਖ ਚੈਨਲ ਦੀ ਸਪੋਰਟ ਕਰੋ। ਤੁਹਾਡੇ ਲਈ ਹੋਰ ਵੀ ਵਧੀਆ ਪ੍ਰੋਗਰਾਮ ਜਿਹੜੇ ਸਿੱਖ ਚੈਨਲ ਲੈ ਕੇ ਇਸੇ ਤਰ੍ਹਾਂ ਆਉਂਦਾ ਰਹੇ। ਸੋ ਡਾਇਰੈਕਟ ਡੈਬਿਟ ਜਿਹੜੇ ਆ ਉਹ ਤੁਸੀਂ ਜ਼ਰੂਰ ਭਰੋ ਜੀ। ਸ਼ੋਅ ਦਾ ਸਮਾਂ ਖਤਮ ਹੈ। ਕੁਝ ਬੋਲਦੇ ਆ ਐਸਾ ਅਲਫਾਜ਼ ਨਿਕਲ ਗਿਆ ਹੋਵੇ ਤੇ ਖਿਮਾ ਮੰਗਦੇ ਆ। ਬੁਲਾਈਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।